बिस्मिल्लाहिर्रहमानिर्रहीम। अस्सलाम वालेकुम व्यूअर्स, की हाल ने? उम्मीद है सारे ठीक होंगे। अल्लाह ताला साਰਿਆਂ ਨੂੰ ਆਪਣੇ ਘਰਾਂ 'ਚ ਖੁਸ਼ ਰੱਖੇ, ਆਬਾਦ ਰੱਖੇ। ਆਮੀਨ ਸੁਮਾ ਆਮੀਨ। ਜੀ ਤੇ व्यूअर्स, ਅੱਜ ਅਸੀਂ ਤੁਹਾਡੇ ਲਈ ਸ਼ੂਗਰ ਦਾ ਬਹੁਤ ਹੀ ਜ਼ਬਰਦਸਤ ਨੁਸਖਾ ਲੈ ਕੇ ਆਏ ਹਾਂ। ਤੁਸੀਂ ਇਹਨੂੰ ਇੱਕ ਦਫਾ ਆਜ਼ਮਾਉਣਾ ਜ਼ਰੂਰ ਹੈ। ਜੇ ਤੁਹਾਨੂੰ ਸ਼ੂਗਰ ਹੈ ਜਾਂ ਤੁਹਾਡੇ ਪੱਠਿਆਂ ਦਾ ਦਰਦ ਹੈ, ਸ਼ੂਗਰ ਦੀ ਵਜ੍ਹਾ ਤੋਂ ਤੁਹਾਨੂੰ ਅਸਾਬੀ ਕਮਜ਼ੋਰੀ ਹੋ ਗਈ ਹੈ ਜਾਂ ਵੈਸੇ ਅਸਾਬੀ ਕਮਜ਼ੋਰੀ ਹੈ, ਤੇ ਤੁਹਾਨੂੰ ਦੋਨਾਂ ਸੂਰਤਾਂ 'ਚ ਬਹੁਤ ਹੀ ਜ਼ਬਰਦਸਤ ਤੇ फ़ायदा ਦੇਗਾ। ਤੇ ਇਹ ਦੇਖੋ, ਇਹ ਆਪਾਂ ਤਿਆਰ ਕਰ ਲਿਆ। ਤੁਹਾਨੂੰ ਦੱਸਦੇ ਹਾਂ ਅਸੀਂ ਇਹਨੂੰ ਕਿਸ ਤਰੀਕੇ ਨਾਲ ਤਿਆਰ ਕੀਤਾ ਤੇ ਇਹਦੀ ਕਿੰਨੀ ਖੁਰਾਕ ਲੈਣੀ ਆ। ਇਹ ਸਿਰਫ 3 ਚੀਜ਼ਾਂ ਆਪਾਂ ਲਈਆਂ ਨੇ ਜਿਨ੍ਹਾਂ ਦੇ ਨਾਲ ਆਪਾਂ ਇਸ ਨੁਸਖੇ ਨੂੰ ਤਿਆਰ ਕਰਨਾ ਹੈ। ਵੀਡੀਓ ਚੰਗੀ ਲੱਗੀ ਤੇ ਇਹਨੂੰ ਸਦਕਾ ਜਾਰੀਆ ਸਮਝ ਕੇ ਜ਼ਰੂਰ ਸ਼ੇਅਰ ਕਰਿਆ ਜੇ। ਇਹ ਮੇਰੇ ਕੋਲ ਰੀਠੇ ਆ। ਇਹ ਉਹੀ ਰੀਠੇ ਆ ਜਿਹੜੇ ਆਪਾਂ ਸਿਰ ਧੋਣ ਵਾਸਤੇ ਵੀ ਆਮਲਾ ਰੀਠਾ ਤੇ ਸਿਕਾਕਾਈ ਇਸਤੇਮਾਲ ਕਰਦੇ ਹਾਂ, ਉਹ ਵਾਲੇ ਰੀਠੇ ਆ। ਇਹਨੂੰ ਤੁਸੀਂ ਇਹ ਦੇਖੋ, ਇਸ ਤਰ੍ਹਾਂ ਇਹਦੇ ਵਿੱਚੋਂ ਇਹਦਾ ਛਿਲਕਾ ਉਤਾਰ ਲੈਣਾ। ਇਹਨੂੰ ਥੋੜ੍ਹਾ ਜਿਹਾ ਕਿਸੇ ਚੀਜ਼ ਨਾਲ ਹਿੱਟ ਕਰੋਗੇ ਤੇ ਇਹਦੀ ਵਿੱਚੋਂ ਗੁਟਲੀ ਨਿਕਲ ਜਾਏਗੀ, ਆਪਾਂ ਨਹੀਂ ਚਾਹੀਦੀ। ਤੇ ਸਿਰਫ ਆਪਾਂ ਉੱਪਰ ਵਾਲਾ ਛਿਲਕਾ ਲਵਾਂਗੇ ਇਹਦਾ। ਇਹ ਮੇਰੇ ਕੋਲ ਕੁਲਵੰਜੀ ਹੈ। ਕੁਲਵੰਜੀ ਵੈਸੇ ਸਾਫ਼ ਹੈ ਤੇ ਲੇਕਿਨ ਇਹਦੇ ਵਿੱਚ ਨਾ ਕੋਈ ਸੌਂਫ ਦਾ ਤੇ ਜ਼ੀਰੇ ਦਾ ਦਾਣਾ ਰਲਿਆ ਹੋਇਆ ਇਸ ਤਰ੍ਹਾਂ ਹੀ ਸੀਗਾ। ਫਿਰ ਮੈਂ ਸਾਫ਼ ਨਹੀਂ ਕੀਤਾ। ਮੈਂ ਕਿਹਾ ਇਹਨਾਂ ਚੀਜ਼ਾਂ ਦਾ ਕਿਹੜਾ ਨੁਕਸਾਨ ਹੈ। ਤੇ ਇਹ ਮੇਰੇ ਕੋਲ ਨੇ ਸਰਸ ਦੇ ਬੀਜ। ਸਰਸ ਯਾਨੀ ਇਹ ਜਿਹੜਾ ਸ਼ਰੀਂ ਹੁੰਦਾ ਹੈ, ਜਿਹੜੇ ਲੋਕਾਂ ਨੂੰ ਨਹੀਂ ਪਤਾ ਸਰਸ ਕਿਹਨੂੰ ਕਹਿੰਦੇ ਆ, ਸ਼ਰੀਂ ਦੇ ਬੀਜ ਨੇ। ਤੇ ਇਹਨਾਂ ਸਾਰੀਆਂ ਚੀਜ਼ਾਂ ਤੁਸੀਂ ਹਮ ਵਜ਼ਨ ਲੈ ਲੈਣਾ ਤੇ ਇਹਨਾਂ ਨੂੰ ਪੀਸ ਲੈਣਾ ਬਹੁਤ ਅੱਛੇ ਤਰੀਕੇ ਨਾਲ। ਤੇ ਇਹ ਦੇਖੋ, ਹੁਣ ਇਹ ਆਪਣਾ ਜਿਹੜਾ ਪੀਸਿਆ ਗਿਆ ਹੈ। ਤੇ ਇਹਦੀ ਖੁਰਾਕ ਤੁਸੀਂ ਕਿੰਨੀ ਕੁ ਲੈਣੀ ਹੈ? ਸਿਰਫ ਇੰਨੀ ਕੁ ਖੁਰਾਕ ਤੁਸੀਂ ਇਹਦੀ ਪਹਿਲੇ ਲੈਣੀ ਆ। ਜੇ ਤੁਹਾਨੂੰ ਮਾਫਕ ਆ ਜਾਵੇ ਤੇ ਫਿਰ ਇਹਦੀ ਤੁਸੀਂ ਥੋੜ੍ਹੀ ਜਿਹੀ ਖੁਰਾਕ ਵਧਾ ਸਕਦੇ ਹੋ, ਲੇਕਿਨ ਬਹੁਤ ਜ਼ਿਆਦਾ ਤੁਸੀਂ ਇਹਨੂੰ ਨਹੀਂ ਲੈਣਾ। ਸੁਬਾਹ ਅਤੇ ਸ਼ਾਮ 2 ਟਾਈਮ ਤੁਸੀਂ ਇਹਨੂੰ ਇਸਤੇਮਾਲ ਕਰਨਾ ਨੀਮ ਗਰਮ ਪਾਣੀ ਦੇ ਨਾਲ। ਤੇ ਤੁਹਾਡੀ ਸ਼ੂਗਰ ਜਿਹੜੀ ਅੱਲਾ ਦੇ ਹੁਕਮ ਨਾਲ ਖ਼ਤਮ ਹੋ ਜਾਏਗੀ। ਤੇ ਜੇ ਤੁਹਾਨੂੰ ਇਹਦੇ ਨਾਲ ਕੋਈ ਕਬਜ਼ ਵਗੈਰਾ ਦਾ ਮਸਲਾ ਹੋ ਜਾਵੇ ਤੇ ਫਿਰ ਤੁਸੀਂ ਕੀ ਕਰਨਾ ਹੈ? ਫਿਰ ਤੁਸੀਂ ਇਸ ਤਰ੍ਹਾਂ ਕਰਨਾ ਹੈ ਕਿ ਤੁਸੀਂ ਇਸਬਗੋਲ ਜਿਹੜਾ ਵਾ ਉਹਦੇ 2 ਚਮਚ ਨੀਮ ਗਰਮ ਪਾਣੀ ਦੇ ਨਾਲ ਤੁਸੀਂ ਇਸਤੇਮਾਲ ਕਰਨੇ ਆ, ਤਾਂ ਕਿ ਤੁਹਾਨੂੰ ਕਬਜ਼ ਦਾ ਮਸਲਾ ਵੀ ਇਹਦੇ ਨਾਲ ਨਾ ਹੋਵੇ। ਕਿਉਂਕਿ ਇਹਦੇ ਵਿੱਚ ਆਪਾਂ ਜਿਹੜੇ ਰੀਠੇ ਇਸਤੇਮਾਲ ਕੀਤੇ ਆ ਉਹਦੇ ਨਾਲ ਤੁਹਾਨੂੰ ਥੋੜ੍ਹਾ ਬਹੁਤ ਕਬਜ਼ ਦਾ ਮਸਲਾ ਹੋ ਸਕਦਾ ਹੈ। ਕਿਉਂਕਿ ਰੀਠੇ ਜਿਹੜੇ ਆ ਉਹ ਜੇ ਕਿਸੇ ਨੂੰ ਬਹੁਤ ਜ਼ਿਆਦਾ ਲੂਜ਼ ਮੋਸ਼ਨ ਲੱਗੇ ਹੋਣ ਉਹਦੇ ਵਾਸਤੇ ਬਹੁਤ ਅੱਛੇ ਹੁੰਦੇ ਆ। ਤੇ ਦੂਸਰੇ ਨੰਬਰ 'ਤੇ ਆਪਾਂ ਇਹਦੇ ਵਿੱਚ ਕਲਵੰਜੀ ਇਸਤੇਮਾਲ ਕੀਤੀ ਹੈ। ਕਲਵੰਜੀ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਫਰਮਾਨ ਹੈ ਕਿ ਇਹਨਾਂ ਕਾਲਿਆਂ ਦਾਣਿਆਂ ਦੇ ਵਿੱਚ ਮੌਤ ਤੋਂ ਸਿਵਾ ਹਰ ਚੀਜ਼ ਦਾ ਇਲਾਜ ਹੈ। ਇਸ ਲਈ ਕਲਵੰਜੀ ਦੇ ਵਿੱਚ ਹਰ ਬਿਮਾਰੀ ਵਾਸਤੇ ਸ਼ਿਫਾ ਵਾ। ਤੇ ਇਹਨੂੰ ਤੁਸੀਂ ਜ਼ਰੂਰ ਇਸਤੇਮਾਲ ਕਰਿਆ ਕਰੋ। ਵੈਸੇ ਵੀ ਜੇ ਤੁਹਾਨੂੰ ਸ਼ੂਗਰ ਦਾ ਮਰਜ਼ ਨਹੀਂ ਹੈ, ਫਿਰ ਵੀ ਤੁਸੀਂ ਜਦੋਂ ਹਾਂਡੀ ਪਕਾਓ ਤੇ ਇਹਦੇ ਵਿੱਚ ਥੋੜ੍ਹਾ ਜਿਹਾ ਤਕਰੀਬਨ 1 ਜਾਂ 2 ਚੁਟਕੀ ਜਿਹੜੀ ਕਲਵੰਜੀ ਆ ਉਹ ਤੁਸੀਂ ਆਪਣੀ ਹਾਂਡੀ 'ਚ ਜ਼ਰੂਰ ਪਾ ਲਿਆ ਕਰੋ। ਬਹੁਤ ਜ਼ਿਆਦਾ ਫ਼ਾਇਦਾ ਦਿੰਦੀ ਹੈ। ਤੇ ਤੀਸਰੀ ਚੀਜ਼ ਇਹਦੇ ਵਿੱਚ ਆਪਾਂ ਸਰਸ ਦੇ ਬੀਜ ਇਸਤੇਮਾਲ ਕੀਤੇ ਆ। ਇਹ ਵੀ ਬਹੁਤ ਜ਼ਿਆਦਾ ਤਾਕਤ ਵਾਲੀ ਚੀਜ਼ ਹੈਗੇ ਆ। ਤੇ ਵੀਡੀਓ ਤੁਹਾਨੂੰ ਚੰਗੀ ਲੱਗੇ ਤੇ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੇ। ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਆ ਜੇ ਤੇ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਆ ਜੇ, ਤਾਂ ਕਿ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ। ਦਵਾਈ ਪਹਿਲੇ ਤੁਸੀਂ 1-2 ਦਿਨ ਇਸਤੇਮਾਲ ਕਰਕੇ ਦੇਖ ਲੈਣੀ ਹੈ। ਜੇ ਖੁਦਾ ਨਾ ਖਾਸਤਾ ਤੁਹਾਨੂੰ ਇਹਦੇ ਨਾਲ ਕੋਈ ਮਸਲਾ ਮਹਿਸੂਸ ਹੋਵੇ ਤੇ ਤੁਸੀਂ ਇਹਦਾ ਇਸਤੇਮਾਲ ਨਹੀਂ ਕਰਨਾ। ਤੇ ਜਦੋਂ ਤੁਸੀਂ ਦਵਾਈ ਇਸਤੇਮਾਲ ਕਰਨੀ ਹੈ ਤੇ ਜੇ ਤੁਸੀਂ ਕੋਈ ਅੰਗਰੇਜ਼ੀ ਦਵਾਈਆਂ ਖਾ ਰਹੇ ਹੋ ਤਾਂ ਉਹ ਤੁਸੀਂ ਫ਼ੌਰਨ ਨਹੀਂ ਛੱਡ ਦੇਣੀਆਂ। ਨਾਲ ਤੁਸੀਂ ਆਪਣੀ ਅੰਗਰੇਜ਼ੀ ਦਵਾਈ ਖਾਂਦੇ ਰਹਿਣਾ। ਜਦੋਂ ਤੁਹਾਨੂੰ ਮੁਕੰਮਲ ਤੌਰ 'ਤੇ ਲੱਗੇ ਕਿ ਤੁਹਾਡੀ ਸ਼ੂਗਰ ਬਿਲਕੁਲ ਕੰਟਰੋਲ ਰਹਿਣ ਲੱਗ ਪਈ ਹੈ ਤੇ ਫਿਰ ਤੁਸੀਂ ਆਹਿਸਤਾ ਆਹਿਸਤਾ ਆਪਣੀ ਦਵਾਈ ਛੱਡਣੀ ਹੈ। ਕਮ ਅਜ਼ ਕਮ 3 ਮਹੀਨੇ ਤੱਕ ਤੁਸੀਂ ਇਹਨੂੰ ਇਸਤੇਮਾਲ ਕਰਨਾ ਹੈ ਤੇ ਫਿਰ ਤੁਹਾਨੂੰ ਪਤਾ ਚੱਲੇਗਾ ਕਿ ਤੁਹਾਡੀ ਜਿਹੜੀ ਸ਼ੂਗਰ ਹੈ ਉਹ ਕਿੰਨੀ ਕੁ ਹੱਦ ਤੱਕ ਨਾਰਮਲ ਹੋ ਗਈ, ਜੋ ਤੁਹਾਨੂੰ ਫ਼ਾਇਦਾ ਦੇਵੇ। ਕਿਉਂਕਿ ਹਰ ਦੇਸੀ ਚੀਜ਼ ਜਿਹੜੀ ਹਰ ਇਨਸਾਨ ਨੂੰ ਫ਼ਾਇਦਾ ਨਹੀਂ ਦਿੰਦੀ। ਇਸ ਲਈ ਮੈਂ ਤੁਹਾਨੂੰ ਹਰ ਦੇਸੀ ਨੁਸਖਾ ਦੱਸਣ ਲੱਗਿਆ ਜ਼ਰੂਰ ਦੱਸਦੀ ਹਾਂ ਕਿ ਤੁਸੀਂ ਪਹਿਲੇ ਇਸਤੇਮਾਲ ਕਰਕੇ ਦੇਖ ਲੈਣਾ। ਜੇ ਤੁਹਾਨੂੰ ਫ਼ਾਇਦਾ ਦੇਵੇ ਤਾਂ ਤੁਸੀਂ ਇਸਤੇਮਾਲ ਕਰਨਾ। ਜੇ ਤੁਹਾਨੂੰ ਲੱਗੇ ਕਿ ਤੁਹਾਨੂੰ ਇਹਦੇ ਨਾਲ ਕੋਈ ਸਾਈਡ ਇਫੈਕਟ ਹੋ ਰਿਹਾ ਤਾਂ ਤੁਸੀਂ ਇਹਨੂੰ ਫ਼ੌਰਨ ਬੰਦ ਕਰ ਦੇਣਾ। ਕਿਉਂਕਿ ਕੁਛ ਲੋਕਾਂ ਨੂੰ ਜਿਹੜਾ ਦੇਸੀ ਚੀਜ਼ਾਂ ਬਹੁਤ ਜਲਦੀ ਫ਼ਾਇਦਾ ਕਰ ਜਾਂਦੀਆਂ, ਕੁਛ ਲੋਕਾਂ ਨੂੰ ਨੁਕਸਾਨ ਵੀ ਦਿੰਦੀਆਂ। ਇਸ ਲਈ ਤੁਸੀਂ ਆਪਣੇ ਤਬੀਅਤ ਦੇ ਮੁਤਾਬਿਕ ਤੁਸੀਂ ਇਹਨੂੰ ਇਸਤੇਮਾਲ ਕਰਨਾ। ਤੇ ਹੁਣ ਤੁਹਾਨੂੰ ਅਸੀਂ ਦੱਸਦੇ ਹਾਂ ਇਹਦੇ ਵਾਸਤੇ ਇੱਕ ਰੂਹਾਨੀ ਇਲਾਜ ਕਿ ਤੁਸੀਂ ਜਦੋਂ ਵੀ ਦਿਨ 'ਚ ਪਾਣੀ ਪੀਣਾ ਹੈ ਤੇ ਇੱਕ ਦਫਾ ਪਹਿਲੇ ਦਰੂਦ ਸ਼ਰੀਫ ਪੜ੍ਹਨਾ, ਇੱਕ ਦਫਾ ਆਖਰ 'ਤੇ ਦਰੂਦ ਸ਼ਰੀਫ ਪੜ੍ਹਨਾ। ਦਰਮਿਆਨ ਵਿੱਚ ਤੁਸੀਂ 3 ਦਫਾ ਸੂਰਹ ਕਦਰ ਤੇ 3 ਦਫਾ ਸੂਰਹ ਕੌਸਰ ਪੜ੍ਹ ਕੇ ਪਾਣੀ 'ਤੇ ਫੂਕ ਮਾਰਨੀ ਹੈ ਤੇ ਉਹ ਪਾਣੀ ਤੁਸੀਂ ਆਪਣਾ ਪੀਣਾ। ਜਦੋਂ ਵੀ ਤੁਸੀਂ ਪਾਣੀ ਪੀਓ ਤੁਸੀਂ ਇਹ ਅਮਲ ਕਰਨਾ ਹੈ ਤੇ ਇਨਸ਼ਾ ਅੱਲਾਹ ਤਾਲਾ ਇਸ ਰੂਹਾਨੀ ਅਮਲ ਦੀ ਬਰਕਤ ਨਾਲ ਤੁਹਾਡੀ ਸ਼ੂਗਰ ਜ਼ਰੂਰ ਕੰਟਰੋਲ ਹੋ ਜਾਏਗੀ। ਮਿਲਦੇ ਹਾਂ ਨੈਕਸਟ ਵੀਡੀਓ 'ਚ। ਉਦੋਂ ਤੱਕ ਲਈ ਅੱਲਾ ਹਾਫਿਜ਼।